ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵਹੁ, ਹਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ, ਮਹਿਰੜ ਪਲਾਸ ਸੰਗ ਹਰ ਬੁਹੀਆ। ਹਰ ਹਰ ਨਾਮ ਸੀਤਲ ਜਲ ਧਿਆਵਹੁ, ਹਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ, ਮਹਿਰੜ ਪਲਾਸ ਸੰਗ ਹਰ ਬੁਹੀਆ। ਜਪ ਜਗਨਨਾਥ ਜਗਦੀਸ਼ ਗੁਸਈਆ, ਸਰਣ ਪਰੇ ਸਈ ਜਨ ਉਬਰੇ, ਜਿਉ ਪ੍ਰਹਿਲਾਦ ਉਧਾਰ ਸਮਈਆ। ਰਹਾਉ ਭਾਰ 18 ਮਹਿ ਚੰਦਨ ਊਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਸਾਕਤ ਕੂੜੇ ਊਬ ਸੁਖ ਹੁਏ, ਮਨ ਅਭਿਮਾਨ ਵਿਛੜ ਦੂਰ ਗਈਆ। ਹਰ ਗਤ ਮਿਤ ਕਰਤਾ ਆਪੇ ਜਾਣ, ਸਭ ਬਿਦ ਹਰ ਹਰ ਆਪ ਬਨਈਆ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੈ, ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ। ਰਤਨ ਪਦਾਰਥ ਗੁਰਮਤਿ ਪਾਵੈ, ਸਾਗਰ ਭਗਤ ਭੰਡਾਰ ਖੁਲਈਆ। ਗੁਰ ਚਰਣੀ ਇਕ ਸਰਦਾ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਭਈਆ। ਪਰਮ ਬੈਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਤੇ ਭਾਵਨੀ ਕਹੀਆ। ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨਾ ਪਾਵੈ ਪਰੈ ਪਰਈਆ। ਸਾਸਤ ਵੇਦ ਪੁਰਾਣ ਪੁਕਾਰਹਿ, ਧਰਮ ਕਰਹੁ ਖਟ ਕਰਮ ਦ੍ਰਿੜਈਆ। ਮਨਮੁਖ ਪਾਖੰਡ ਭਰਮ ਬੇਗੂਤੇ, ਲੋਭ ਲਹਿਰ ਨਾਵ ਭਾਰ ਵਡਈਆ। ਨਾਮ ਜਪਹੁ ਨਾਮੇ ਗਤ ਪਾਵਹੁ, ਸਿਮਰਤ ਸਾਸਤਰ ਨਾਮ ਦ੍ਰਿੜਈਆ। ਹਉਮੈ ਜਾਏ ਤਾ ਨਿਰਮਲ ਹੋਵੈ, ਗੁਰਮੁਖ ਪਰਚੈ ਪਰਮ ਪਦ ਪਈਆ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜੈ, ਜਿਤ ਭਾਵੈ ਤਿਤ ਰਾਹੇ ਚਲਈਆ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੈ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜੈ, ਜਿਤ ਭਾਵੈ ਤਿਤ ਰਾਹੇ ਚਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ
ਸਤਿਗੁਰੂ ਜੀ ਦੀ ਅੰਮ੍ਰਿਤ ਸਰੂਪ ਬਾਣੀ, ਸ੍ਰੀ ਆਸਾ ਜੀ ਦੀ ਬਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ, ਸਤਿਕਾਰ ਔਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰਬਾਣੀ ਦੀ ਪਵਿੱਤਰ ਵਿਚਾਰ ਕਰਨ ਲਈ, ਸੁਣਨ ਲਈ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਗਰੀਬ ਨਵਾਜ ਪਾਤਸ਼ਾਹ ਨੇ ਅੱਜ ਦੇ ਜੋ ਪਵਿੱਤਰ ਸ਼ਬਦ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਨਾਲ ਜੋੜੀਏ, ਇਕਾਗਰਤਾ ਬਣਾਈਏ ਔਰ ਇਕਾਗਰਤਾ ਬਣਾਉਣ ਲਈ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਪਵਿੱਤਰ ਪਾਵਨ ਗੁਰਮੰਤਰ ਦਾ ਜਾਪ ਕਰਦਿਆਂ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵਹੁ, ਹਰ ਚੰਦਨ ਵਾਸ ਸੁਗੰਧ ਗੰਧਈਆ। ਬਿਲਾਵਲ ਰਾਗ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਸ਼ੀਤਲ ਜਲ ਹੈ, ਠੰਡਾ ਜਲ ਹੈ। ਜੈਸੇ ਅੱਤ ਦੀ ਤਪਸ਼ ਵਿੱਚ, ਅੱਤ ਦੀ ਗਰਮੀ ਵਿੱਚ, ਅੱਤ ਦੇ ਪਿਆਸੇ ਮਨੁੱਖ ਨੂੰ ਸ਼ੀਤਲ ਜਲ ਪ੍ਰਾਪਤ ਹੁੰਦਾ ਹੈ ਤਾਂ ਉਸ ਦੀ ਉਹ ਤਪਸ਼ ਬੁਝ ਜਾਂਦੀ ਹੈ, ਸ਼ਾਂਤ ਹੋ ਜਾਂਦੀ ਹੈ। ਤੈਸੇ ਜਦੋਂ ਸਾਡੇ ਹਿਰਦੇ ਵਿੱਚ ਅੱਤ ਦੀ ਤਪਸ਼ ਕਰਕੇ ਹਿਰਦਾ ਤਪਦਾ ਹੈ, ਚੀੜਾ ਤਪਦਾ ਹੈ, ਤਾਂ ਉਸ ਤਪਸ਼ ਦੇ ਵਿੱਚ ਜਦੋਂ ਜ਼ਿੰਦਗੀ ਗੁਜ਼ਰਦੀ ਹੈ ਉਹ ਬੜੀ ਦੁਖਦਾਈ ਹੁੰਦੀ ਹੈ। ਹਿਰਦੇ ਦੀ ਉਸ ਵਿਕਾਰਾਂ ਦੀ ਤਪਸ਼ ਨੂੰ ਬੁਝਾਉਣ ਲਈ, ਉਸ ਤਪਸ਼ ਨੂੰ ਸ਼ਾਂਤ ਕਰਨ ਲਈ ਸਤਿਗੁਰੂ ਜੀ ਦਾ ਪਵਿੱਤਰ ਅੰਮ੍ਰਿਤ ਨਾਮ ਸ਼ੀਤਲ ਜਲ ਦਾ ਕੰਮ ਕਰਦਾ, ਠੰਡੇ ਜਲ ਦਾ ਕੰਮ ਕਰਦਾ। ਔਰ ਇਹ ਸ਼ੀਤਲਤਾ ਹਰੀ ਦੇ ਨਾਮ ਚੋਂ ਜੋ ਪ੍ਰਾਪਤ ਹੁੰਦੀ ਹੈ, ਇਹ ਨਾ ਤਾਂ ਚੰਦ ਦੀ ਚਾਨਣੀ ਚੋਂ ਮਿਲਦੀ ਹੈ, ਨਾ ਹਿਮਾਲਿਆ ਦੇ ਪਰਬਤਾਂ ਤੇ ਜੰਮੀ ਹੋਈ ਬਰਫ਼ ਤੋਂ ਮਿਲਦੀ ਹੈ, ਔਰ ਨਾ ਹੀ ਸਰਦ ਰੁੱਤ ਦੇ ਵਿੱਚ ਅੱਤ ਦੀ ਕੜਕ ਦੀ ਠੰਡ ਵਿੱਚ ਮਿਲਦੀ। ਪਰਮੇਸ਼ਰ ਦੇ ਹਰੀ ਨਾਮ ਦੇ ਵਿੱਚ ਜਿਹੜੀ ਸ਼ੀਤਲਤਾ ਹੈ, ਉਹ ਸ਼ੀਤਲਤਾ ਦੁਨੀਆਂ ਦੀਆਂ ਨਾ ਸਾਰੀਆਂ ਸ਼ੀਤਲ ਵਸਤੂਆਂ ਵਿੱਚੋਂ ਸ੍ਰੇਸ਼ਟ, ਸਰਵੋਤਮ, ਅਚਰਜ ਤੇ ਅਨੋਖੀ ਹੈ। ਤਦੇ ਗੁਰਦੇਵ ਦਾ ਬਚਨ ਹੈ, ਚੰਦਨ ਚਾਂਦਨ ਸਰਦ ਰੁੱਤ, ਮੂਲ ਨ ਮਿਟਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਤੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸ਼ੀਤਲ ਜਲ ਹੈ। ਐ ਗੁਰਮੁਖੋ, ਐਸਾ ਜੋ ਸ਼ੀਤਲ ਜਲ ਹੈ ਹਰੀ ਦਾ ਨਾਮ, ਤਿਸ ਨੂੰ ਧਿਆਵੋ। ਔਰ ਹਰੀ ਦਾ ਨਾਮ ਕੇਵਲ ਸ਼ੀਤਲ ਜਲ ਹੀ ਨਹੀਂ ਹੈ, ਹਰ ਚੰਦਨ, ਹਰੀ ਦਾ ਅੰਮ੍ਰਿਤ ਨਾਮ ਚੰਦਨ ਦੇ ਸਮਾਨ ਹੈ। ਚੰਦਨ ਦੇ ਪਾਸ ਵਸਣੇ ਵਾਲੀ ਬਨਸਪਤੀ ਜੈਸੇ ਗੰਧ ਸਹਿਤ ਹੋ ਜਾਂਦੀ ਹੈ, ਸੁਗੰਧੀ ਸਹਿਤ ਹੋ ਜਾਂਦੀ ਹੈ, ਤੈਸੇ ਹਰੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਜੋ ਚੰਦਨ ਦੇ ਤੁਲ ਕਹਿ ਸਕਦੇ ਹਾਂ, ਕਿਉਂਕਿ ਨਾਮ ਜਪਦਿਆਂ ਵੀ ਸਾਡੇ ਹਿਰਦੇ 'ਚੋਂ ਮਹਿਕ ਪੈਦਾ ਹੁੰਦੀ ਹੈ, ਸੁਗੰਧੀ ਪੈਦਾ ਹੁੰਦੀ ਹੈ, ਔਰ ਉਹ ਸੁਗੰਧੀ ਹੈ ਸ਼ੁਭ ਗੁਣਾਂ ਦੀ। ਜੈਸੇ ਜੈਸੇ ਗੁਰਮੁਖ ਜਨ ਨਾਮ ਦਾ ਅਭਿਆਸ ਕਰਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਤੈਸੇ ਤੈਸੇ ਹਿਰਦਾ ਸ਼ੁਭ ਗੁਣਾਂ ਦੇ ਸਹਿਤ ਮਹਿਕਣ ਲੱਗ ਪੈਂਦਾ, ਉਹ ਗੰਧ ਦੇ ਸਹਿਤ ਹੋ ਜਾਂਦਾ। ਨਿਰੰਕਾਰ ਦੇ ਨਾਮ ਦੀ ਕਮਾਈ ਕਰਕੇ ਹਿਰਦੇ 'ਚ ਸ਼ੁਭ ਗੁਣ ਆਉਂਦੇ ਹਨ। ਨਾਮ ਜਪਦਿਆਂ ਜਪਦਿਆਂ ਸੰਤੋਖ, ਧੀਰਜ, ਦਇਆ, ਖਿਮਾ, ਵੈਰਾਗ, ਉਪਰਾਮਤਾ, ਸਤ, ਸਾਮ, ਦਾਮ, ਇਹ ਜਿਤਨੇ ਵੀ ਸ਼ੁਭ ਗੁਣ ਨੇ, ਇਹ ਨਿਰੰਕਾਰ ਪਰਮੇਸ਼ਰ ਦੇ ਨਾਮ ਦੇ ਜਾਪ ਦੁਆਰਾ ਪ੍ਰਾਪਤ ਹੁੰਦੇ ਹਨ। ਇਸੇ ਕਰਕੇ ਗੁਰਦੇਵ ਕਹਿ ਰਹੇ ਨੇ ਕਿ ਹਰੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਚੰਦਨ ਦੀ ਸੁਗੰਧੀ ਵਾਂਗੂ ਹੈ। ਜੈਸੇ ਚੰਦਨ ਕੋਲ ਵਸਣ ਵਾਲੇ ਸੁਗੰਧਦਾਇਕ ਹੋ ਜਾਂਦੇ ਨੇ, ਤੈਸੇ ਹਰੀ ਪਰਮੇਸ਼ਰ ਦੇ ਨਾਮ ਦੇ ਜਾਪ ਨੂੰ ਜਪਣ ਵਾਲੇ ਸ਼ੁਭ ਗੁਣਾਂ ਦੀ ਸੁਗੰਧ ਸਹਿਤ ਮਹਿਕਣ ਲੱਗ ਪੈਂਦੇ ਹਨ। ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰੜ ਪਲਾਸ ਸੰਗ ਹਰ ਬੁਹੀਆ। ਸਾਧ ਸੰਗਤ ਵਿੱਚ ਮਿਲ ਕੇ ਸਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਈ ਹੈ। ਕਿਉਂਕਿ ਸੰਗਤ ਵਿੱਚ ਜਦੋਂ ਕੋਈ ਵੀ ਆ ਜਾਂਦਾ ਹੈ, ਕਿਸੇ ਧਰਮ ਦਾ ਵਿਅਕਤੀ ਹੋਵੇ, ਕਿਸੇ ਵਰਨ ਦਾ ਵਿਅਕਤੀ ਹੋਵੇ, ਕਿਸੇ ਜਾਤੀ ਨਾਲ ਸੰਬੰਧਿਤ ਹੋਵੇ, ਜਦੋਂ ਸੰਗਤ ਵਿੱਚ ਆ ਗਿਆ, ਸੰਗਤ ਵਿੱਚ ਆ ਕੇ ਉਹਨੂੰ ਪਰਮ ਪਦਵੀ ਪ੍ਰਾਪਤ ਹੋ ਜਾਂਦੀ, ਉਹਨੂੰ ਸਤ ਸੰਗੀ ਕਿਹਾ ਜਾਂਦਾ ਹੈ। ਸਤ ਸੰਗੀ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹੈ, ਕਹਿੰਦੇ ਪਾਨ, ਕੱਥਾ, ਚੂਨਾ ਵਗੈਰਾ ਜਦੋਂ ਇਹ ਮਿਲਦੇ ਨੇ ਤੇ ਮਿਲ ਕੇ ਇਹਨਾਂ ਦਾ ਇੱਕੋ ਹੀ ਰੰਗ ਹੋ ਜਾਂਦਾ ਜਦੋਂ ਮੁੱਖ ਵਿੱਚ ਪਾਇਆ ਜਾਂਦਾ, ਮੂੰਹ ਵਿੱਚ ਪਾਇਆ ਜਾਂਦਾ। ਤੈਸੇ ਚਾਰ ਵਰਨਾਂ ਦੇ ਪ੍ਰਾਣੀ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਜਦੋਂ ਸਾਧ ਸੰਗਤ ਵਿੱਚ ਆਉਂਦੇ ਨੇ ਤਾਂ ਸਾਧ ਸੰਗਤ ਵਿੱਚ ਆਉਂਦਿਆਂ ਚਾਰਾਂ ਦਾ ਇੱਕੋ ਹੀ ਵਰਨ ਹੋ ਜਾਂਦਾ, ਸਤ ਸੰਗੀ। ਸਤ ਸੰਗਤ ਵਿੱਚ ਮਿਲ ਕੇ ਅਸੀਂ ਪਰਮ ਪਦਵੀ ਪ੍ਰਾਪਤ ਕੀਤੀ ਹੈ। ਫਿਰ ਆਪਣੀ ਵਿਨਿਮਰਤਾ ਨੂੰ ਪ੍ਰਗਟ ਕਰਦਿਆਂ ਕਹਿੰਦੇ ਨੇ, ਮੈਂ ਤਾਂ ਹਿਰੜ ਦੇ ਬੂਟੇ ਵਾਂਗੂ, ਪਲਾਸ ਛਿਛਰੇ ਦੇ ਬੂਟੇ ਵਾਂਗੂ, ਢੱਕ ਦੇ ਬੂਟੇ ਵਾਂਗੂ ਨਿਕੰਮਾ ਸੀ, ਪਰ ਚੰਦਨ ਦੇ ਕੋਲ ਵਸਣੇ ਕਰਕੇ ਜੈਸੇ ਹਿਰੜ ਤੇ ਛਿਛਰੇ ਦਾ ਬੂਟਾ ਵੀ ਗੰਧ ਸਹਿਤ ਹੋ ਜਾਂਦਾ ਹੈ, ਮਹਿਕ ਸਹਿਤ ਹੋ ਜਾਂਦਾ ਹੈ, ਤੈਸੇ ਮੈਂ ਵੀ ਸਤ ਸੰਗੀਆਂ ਦੀ ਸੰਗਤ ਵਿੱਚ ਮਿਲ ਕੇ ਸ਼ੁਭ ਗੁਣਾਂ ਦੇ ਸਹਿਤ ਹੋ ਗਿਆ। ਸਤ ਸੰਗਤ ਵਿੱਚ ਮਿਲ ਕੇ ਸਤ ਸੰਗਤ ਕਰਦਿਆਂ ਹੋਇਆਂ ਮੇਰੇ ਵਿੱਚੋਂ ਵੀ ਸ਼ੁਭ ਗੁਣਾਂ ਦੀ ਵਾਸ਼ਨਾ, ਸ਼ੁਭ ਗੁਣਾਂ ਦੀ ਸੁਗੰਧੀ ਉਹ ਉਤਪੰਨ ਹੋ ਆਈ ਹੈ। ਜਪ ਜਗਨਨਾਥ ਜਗਦੀਸ਼ ਗੁਸਈਆ। ਹਰ ਬੁਹੀਆ ਦਾ ਅਰਥ ਇਸ ਤਰ੍ਹਾਂ ਵੀ ਕਰਦੇ ਆ ਮਹਾਂਪੁਰਸ਼ ਕਿ ਜਦੋਂ ਸਤ ਸੰਗਤ ਕੀਤੀ ਤੇ ਸਤ ਸੰਗੀਆਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੀ ਬੁਹੀਆ ਵਾਸ਼ਨਾ ਪੈਦਾ ਹੁੰਦੀ, ਸੁਗੰਧੀ ਪੈਦਾ ਹੁੰਦੀ ਹੈ ਭਗਤੀ ਦੀ। ਸੰਗਤ ਕਰਨ ਵਾਲੇ ਸਤ ਸੰਗੀ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੀ ਚੇਟਕ ਲੱਗ ਜਾਂਦੀ ਹੈ, ਨਿਰੰਕਾਰ ਦੀ ਭਗਤੀ ਦੀ ਲਟਕ ਲੱਗ ਜਾਂਦੀ ਹੈ।
ਇਸ ਤਰ੍ਹਾਂ ਕਹਿ ਸਕਦੇ ਹਾਂ, ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਸੁਗੰਧੀ ਸਤ ਸੰਗੀਆਂ ਦੇ ਹਿਰਦੇ 'ਚ ਉਤਪੰਨ ਹੋ ਆਉਂਦੀ। ਇਸ ਕਰਕੇ ਹੇ ਗੁਰਮੁਖੋ, ਜੋ ਸਾਰੇ ਜਗਤ ਦਾ ਨਾਥ ਹੈ ਅਕਾਲ ਪੁਰਖ ਪਰਮੇਸ਼ਰ, ਉਸ ਦੇ ਜਾਪ ਨੂੰ ਜਪੋ। ਜਪ ਜਗੰਨਾਥ, ਜੋ ਸਾਰੇ ਜਗਤ ਦਾ ਨਾਥ ਹੈ, ਸਾਰੇ ਸੰਸਾਰ ਦਾ ਨਾਥ ਹੈ, ਉਹ ਸਾਰੇ ਜਗਤ ਦੇ ਨਾਥ ਵਾਹਿਗੁਰੂ ਪਰਮੇਸ਼ਰ ਦੇ ਜਾਪ ਨੂੰ ਜਪੋ। ਜੋ ਸਾਰੀ ਧਰਤੀ ਦਾ ਸਾਈਂ ਹੈ, ਸਾਰੀ ਧਰਤੀ ਦਾ ਮਾਲਕ ਹੈ, ਸਾਰੇ ਜਗਤ ਦਾ ਸੁਆਮੀ ਹੈ। ਸਰਣ ਪਰੇ ਸਈ ਜਨ ਉਬਰੇ, ਜਿਉ ਪ੍ਰਹਿਲਾਦ ਉਧਾਰ ਸਮਈਆ। ਜਿਹੜੇ ਮੇਰੇ ਮਾਲਕ ਦੀ ਸ਼ਰਨ ਪੈ ਜਾਂਦੇ ਨੇ, ਗੁਰੂ ਸ਼ਰਨ ਚ ਆ ਜਾਂਦੇ ਨੇ, ਪ੍ਰਭੂ ਸ਼ਰਨ ਆ ਜਾਂਦੇ ਨੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਸਤਿਗੁਰਾਂ ਦੀ ਸ਼ਰਨ ਆ ਗਏ ਜਿਹੜੇ, ਉੱਭਰ ਗਏ, ਉਹਨਾਂ ਨੂੰ ਮਾਲਕ ਨੇ ਕਿਰਪਾ ਕਰਕੇ ਉਭਾਰ ਲਿਆ, ਰੱਖ ਲਿਆ। ਕਿਵੇਂ? ਜੈਸੇ ਭਗਤ ਪ੍ਰਹਿਲਾਦ ਜੀ ਨੂੰ ਉਧਾਰ ਲਿਆ। ਜਿਉ ਪ੍ਰਹਿਲਾਦ ਉਧਾਰ ਸਮਈਆ, ਜੈਸੇ ਮਹਾਰਾਜ ਭਗਤ ਪ੍ਰਹਿਲਾਦ ਜੀ ਨੂੰ ਉਧਾਰਿਆ ਔਰ ਉਹਨਾਂ ਨੂੰ ਆਪਣੇ ਵਿੱਚ ਹੀ ਸਮਾ ਕੇ ਭੇਦ ਕਰ ਲਿਆ। ਹਰਨਾਖਸ਼ ਮੁਲਤਾਨ ਦਾ ਰਾਜਾ ਸੀ। ਅੱਜ ਵੀ ਭਗਤ ਪ੍ਰਹਿਲਾਦ ਜੀ ਦਾ ਮੰਦਿਰ ਦੱਸਿਆ ਜਾਂਦਾ ਹੈ, ਮੁਲਤਾਨ ਦੇ ਇਲਾਕੇ ਵਿੱਚ ਬਣਿਆ ਹੋਇਆ। ਅੱਤ ਦੇ ਦੁਰਾਚਾਰੀ ਕੁਕਰਮਾਂ ਦੇ ਵਿੱਚ ਹਰਨਾਖਸ਼ ਪ੍ਰਵਿਰਤ ਸੀ, ਰਾਖਸ਼ ਹੈ। ਕੱਲਰ ਦੇ ਵਿੱਚ ਕਮਲ ਦਾ ਫੁੱਲ ਪੈਦਾ ਹੋਇਆ ਭਗਤ ਪ੍ਰਹਿਲਾਦ ਦੇ ਰੂਪ ਵਿੱਚ। ਥੋੜੇ ਜਿਹੇ ਵੱਡੇ ਹੋਏ, ਪੜ੍ਹਨ ਪਾਇਆ ਗਿਆ। ਸੰਡਾ ਤੇ ਮਰਕਾ ਦੋ ਉਸਤਾਦ ਸਨ ਉਹਨਾਂ ਦੀ ਪਾਠਸ਼ਾਲਾ 'ਚ। ਪ੍ਰਹਿਲਾਦ ਜੀ ਆਪ ਜਪਦੇ, ਨਾਲ ਦੇ ਜਿੰਨੇ ਚਾਟੜੇ ਸਾਥੀ ਉਹ ਵੀ ਜਪਣ ਲੱਗ ਪਏ। ਸੰਡੇ ਮਰਕੇ ਨੇ ਵੇਖਿਆ ਵੀ ਇਹ ਆਪ ਤਾਂ ਵਿਗੜਿਆ, ਇਹਨੇ ਤਾਂ ਸਾਰੇ ਚਾਟੜੇ ਵਿਗਾੜ ਦਿੱਤੇ। ਚਾਟੜੇ ਵਿਦਿਆਰਥੀਆਂ ਨੂੰ ਕਹਿੰਦੇ। ਸ਼ਿਕਾਇਤ ਕੀਤੀ ਹਰਨਾਖਸ਼ ਕੋਲ। ਹਰਨਾਖਸ਼ ਨੇ ਜਲ ਅਗਨੀ ਵਿੱਚ ਘੱਤਿਆ। ਭਾਈ ਗੁਰਦਾਸ ਜੀ ਲਿਖਦੇ ਆ, ਪਾਣੀ 'ਚ ਡੋਬਣਾ ਚਾਹਿਆ, ਅੱਗ 'ਚ ਸਾੜ ਕੇ ਮਾਰਨਾ ਚਾਹਿਆ, ਪਰ ਗੁਰੂ ਦੀ ਦਇਆ ਨਾਲ, ਪਰਮੇਸ਼ਰ ਦੀ ਦਇਆ ਨਾਲ ਇਹਨਾਂ ਦਾ ਵਾਲ ਵਿੰਗਾ ਨਹੀਂ ਹੋਇਆ। ਅਖੀਰ ਨੂੰ ਹੱਥ 'ਚ ਤਲਵਾਰ ਪਕੜ ਕੇ ਕਹਿੰਦਾ, ਦੱਸ ਹੁਣ ਤੇਰਾ ਠਾਕੁਰ, ਤੇਰਾ ਰੱਬ ਤੈਨੂੰ ਬਚਾਏਗਾ? ਪ੍ਰਹਿਲਾਦ ਜੀ ਕਹਿੰਦੇ, ਹਾਂ ਬਚਾਏਗਾ। ਉਸੇ ਵਕਤ ਥੰਮ ਪਾੜ ਕੇ ਭਗਵਾਨ ਨਰਸਿੰਘ ਜੀ ਪ੍ਰਗਟ ਹੋਏ ਔਰ ਹਰਨਾਖਸ਼ ਨੂੰ ਆਪਣੇ ਹੱਥਾਂ ਦੇ ਨੂੰਹਾਂ ਨਾਲ ਮਾਰ ਕੇ ਪ੍ਰਹਿਲਾਦ ਨੂੰ ਗੋਦ ਵਿੱਚ ਲੈ ਕੇ ਚੱਟਣ ਲੱਗ ਪਏ, ਮੱਥਾ ਚੁੰਮਣ ਲੱਗ ਪਏ। ਉਹ ਉਦਾਹਰਣ ਇੱਥੇ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਰਹੇ ਨੇ। ਜਿਉ ਪ੍ਰਹਿਲਾਦ ਉਧਾਰ ਸਮਈਆ। ਚੌਥੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਸਵੇਰੇ ਸ਼ਾਮ ਦੋਵੇਂ ਵੇਲੇ ਪੜ੍ਹਦੇ ਹਾਂ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਕਹਿੰਦੇ ਜਿਹੜੇ ਸ਼ਰਨ ਪੈ ਜਾਂਦੇ ਨੇ, ਕਿਉਂਕਿ ਭਗਤ ਪ੍ਰਹਿਲਾਦ ਜੀ ਪ੍ਰਮਾਤਮਾ ਦੀ, ਅਕਾਲ ਪੁਰਖ ਦੀ ਸ਼ਰਨ ਪੈ ਗਏ, ਤੇ ਜਿਹੜਾ ਸ਼ਰਨ ਪੈ ਜਾਂਦਾ ਉੱਭਰ ਜਾਂਦਾ, ਬਚ ਜਾਂਦਾ ਹੈ। ਜੈਸੇ ਭਗਤ ਪ੍ਰਹਿਲਾਦ ਜੀ ਉਧਰੇ ਹਨ। ਰਹਾਉ ਭਾਰ 18 ਮਹਿ ਚੰਦਨ ਊਤਮ, ਚੰਦਨ ਨਿਕਟ ਸਭ ਚੰਦਨ ਹੋਈਆ। 18 ਭਾਰ ਬਨਸਪਤੀ ਹੈ, ਤੇ 18 ਭਾਰ ਬਨਸਪਤੀ ਦੇ ਵਿੱਚੋਂ ਚੰਦਨ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ। ਕਿਉਂ ਸ੍ਰੇਸ਼ਟ ਕਿਹਾ ਜਾਂਦਾ? ਚੰਦਨ 'ਚ ਐਸੀ ਕੀ ਖਾਸੀਅਤ ਹੈ?
ਕਹਿੰਦੇ ਚੰਦਨ ਵਿੱਚ ਇਹ ਖਾਸੀਅਤ ਹੈ ਕਿ ਚੰਦਨ ਦੇ ਨੇੜੇ ਵਸਣ ਵਾਲੇ ਵੀ ਚੰਦਨ ਹੋ ਜਾਂਦੇ ਨੇ। ਚੰਦਨ ਨਿਕਟ ਸਭ ਚੰਦਨ ਹੋਈਆ, ਚੰਦਨ ਦੇ ਨੇੜੇ ਵਸਣ ਵਾਲੇ ਸਭ ਚੰਦਨ ਹੋ ਜਾਂਦੇ ਨੇ। ਤੈਸੇ ਸੰਸਾਰ ਦੇ ਸਮਸਤ ਪ੍ਰਾਣੀ ਮਾਤਰਾ ਚੋਂ ਸਭ ਤੋਂ ਸ੍ਰੇਸ਼ਟ ਰੱਬ ਦੇ ਪਿਆਰੇ ਨੇ, ਪਰਮੇਸ਼ਰ ਦੇ ਪਿਆਰੇ ਨੇ। ਪੁੱਛਿਆ ਜੀ ਸਾਰੀ ਦੁਨੀਆ ਚੋਂ ਸਭ ਤੋਂ ਸਰਵੋਤਮ ਰੱਬ ਦੇ ਪਿਆਰੇ ਗੁਰਮੁਖ ਕਿਵੇਂ ਨੇ? ਕਹਿੰਦੇ ਇਸ ਕਰਕੇ ਕਿਉਂਕਿ ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਵਾਲੇ ਉਹਨਾਂ ਵਰਗੇ ਹੀ ਹੋ ਜਾਂਦੇ ਨੇ, ਇਸ ਕਰਕੇ ਸਰਵੋਤਮ ਤੇ ਸ੍ਰੇਸ਼ਟ ਨੇ। ਹਾਂਜੀ। ਸਾਕਤ ਕੂੜੇ ਊਬ ਸੁਖ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ। ਸਾਕਤ ਤੇ ਝੂਠੇ ਬੰਦੇ ਉਸ ਦਰਖਤ ਵਾਂਗੂ ਨੂੰ ਜਿਹੜੇ ਖੜੇ ਖੜੋਤੇ ਸੁੱਕ ਜਾਂਦੇ ਨੇ। ਧਰਤੀ 'ਚੋਂ ਪਾਣੀ ਵਗੈਰਾ ਸਭ ਮਿਲਦਾ ਉਹਨਾਂ ਨੂੰ, ਪਰ ਖਲੋਤੇ ਸੁੱਕ ਜਾਂਦੇ ਨੇ। ਬਾਲਣ ਦੇ ਹੀ ਕੰਮ ਆਉਂਦੇ ਆ ਉਹ। ਇਸੇ ਤਰ੍ਹਾਂ ਸਾਕਤ ਝੂਠੇ ਉਹ ਰੱਬ ਕੋਲੋਂ ਸਾਰੀਆਂ ਨਿਆਮਤਾਂ ਪ੍ਰਾਪਤ ਕਰਦੇ ਹੋਏ ਵੀ ਪਰਮੇਸ਼ਰ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ, ਪਰਮੇਸ਼ਰ ਦੇ ਪ੍ਰੇਮ ਤੋਂ ਵਿਹੂਣੇ ਸੁੱਕੇ ਰਹਿੰਦੇ ਆ, ਸੜ ਜਾਂਦੇ ਆ। ਇੱਦਾਂ ਦੇ ਜਿਹੜੇ ਬੰਦੇ ਨੇ ਕਹਿੰਦੇ ਉਹਨਾਂ ਨੂੰ ਵੀ ਫਿਰ ਅੱਗੇ ਨਰਕਾਂ ਦੀ ਅੱਗ ਦੇ ਵਿੱਚ ਹੀ ਜਲਾਇਆ ਜਾਂਦਾ। ਉਹਨਾਂ ਦੇ ਮਨ 'ਚ ਅਭਿਮਾਨ ਹੈ। ਉਹ ਵਾਹਿਗੁਰੂ ਪਰਮੇਸ਼ਰ ਤੋਂ ਵਿਛੜ ਕੇ ਦੂਰ 84 ਲੱਖ ਜੂਨੀਆਂ ਦੇ ਵਿੱਚ ਭਟਕਦੇ ਹਨ। ਹਰ ਗਤ ਮਿਤ ਕਰਤਾ ਆਪੇ ਜਾਣ, ਸਭ ਵਿਦ ਹਰ ਹਰ ਆਪ ਬਨਈਆ। ਹਰੀ ਵਾਹਿਗੁਰੂ ਪਰਮੇਸ਼ਰ ਆਪਣੀ ਗਤ ਮਿਤ ਆਪ ਜਾਣਦਾ, ਸਾਰੇ ਜਗਤ ਦਾ ਕਰਤਾ ਹੈ। ਸਾਰੀਆਂ ਵਿਧੀਆਂ ਉਸ ਹਰੀ ਅਕਾਲ ਪੁਰਖ ਵਿਧਾਤੇ ਨੇ, ਪਰਮੇਸ਼ਰ ਨੇ ਆਪ ਬਣਾਈਆਂ ਹਨ। ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ, ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ। ਜਿਸ ਨੂੰ ਸਤਿਗੁਰੂ ਜੀ ਮਿਲਦੇ ਨੇ ਉਹ ਕੰਚਨ ਵਾਂਗੂ ਹੋ ਜਾਂਦਾ। ਜਿਵੇਂ ਪਾਰਸ ਨੂੰ ਮਿਲ ਕੇ ਧਾਤ ਸੋਨਾ ਹੁੰਦੀ ਹੈ, ਤੈਸੇ ਗਲਿਆ ਸੜਿਆ ਲੋਹਾ ਜੈਸੇ ਪਾਰਸ ਨੂੰ ਮਿਲ ਕੇ ਸੋਨਾ ਹੋ ਜਾਂਦਾ ਹੈ, ਤੈਸੇ ਮਹਾ ਅਧੋਗਤੀ ਨੂੰ ਪ੍ਰਾਪਤ ਹੋਇਆ ਮਨੁੱਖ ਵੀ ਅਗਰ ਗੁਰੂ ਨੂੰ ਮਿਲੇ, ਗੁਰੂ ਦੀ ਕਿਰਪਾ ਨਾਲ ਉਹ ਵੀ ਕੰਚਨ ਹੋ ਜਾਂਦਾ, ਸਵਰਨ ਹੋ ਜਾਂਦਾ। ਔਰ ਜੋ ਧੁਰ ਦਰਗਾਹ ਤੋਂ ਵਿਧਾਤੇ ਨੇ, ਅਕਾਲ ਪੁਰਖ ਨੇ ਲੇਖ ਪਾ ਦਿੱਤੇ ਨੇ ਨਾ, ਉਹ ਨਾ ਮਿਟਦੇ ਨੇ, ਨਾ ਕੋਈ ਮਿਟਾ ਸਕਦਾ। ਜੋ ਧੁਰ ਦਰਗਾਹ ਤੋਂ ਲਿਖ ਦਿੱਤਾ ਨਾ ਵਿਧਾਤੇ ਨੇ, ਪਰਮੇਸ਼ਰ ਨੇ, ਉਹ ਨਹੀਂ ਮਿਟਦਾ। ਰਤਨ ਪਦਾਰਥ ਗੁਰਮਤਿ ਪਾਵੈ, ਸਾਗਰ ਭਗਤ ਭੰਡਾਰ ਖੁਲਈਆ। ਸ਼ੁਭ ਗੁਣਾ ਰੂਪੀ ਰਤਨ ਪਦਾਰਥ ਗੁਰ ਸਿੱਖ ਨੂੰ ਗੁਰੂ ਦੀ ਮੱਤ ਚੋਂ ਪ੍ਰਾਪਤ ਹੁੰਦੇ ਹਨ। ਇਹ ਜਿਹੜਾ ਸੰਸਾਰ ਸਮੁੰਦਰ ਹੈ, ਉਹਨਾਂ ਗੁਰਮੁਖਾਂ ਵਾਸਤੇ ਇਹ ਭਗਤੀ ਦਾ ਭੰਡਾਰਾ ਖੁੱਲ੍ਹਾ ਹੋਇਆ। ਗੁਰਮੁਖਾਂ ਨੂੰ ਤਾਂ ਖਾਲਸਾ ਜੀ ਇਹ ਸੰਸਾਰ ਸਮੁੰਦਰ ਜਿਹੜੇ ਗੁਰਮਤਿ ਦੇ ਧਾਰਨੀ ਨੇ, ਉਹ ਕਹਿੰਦੇ ਭਗਤੀ ਦੇ ਭੰਡਾਰੇ ਖੁੱਲ੍ਹੇ ਨੇ, ਜਿੰਨੇ ਲੁੱਟੇ ਜਾਂਦੇ ਆ ਲੁੱਟ ਲਓ। ਗੁਰਮੁਖਾਂ ਨੂੰ ਤਾਂ ਇੱਦਾਂ ਦੇ ਨਜ਼ਰ ਹੀ ਆਉਂਦਾ। ਉਹ ਕਹਿੰਦੇ ਲੁੱਟ ਪਈ ਹੋਈ ਆ ਰਾਮ ਨਾਮ ਦੀ, ਜਿੰਨਾ ਲੁੱਟਿਆ ਜਾਂਦਾ ਲੁੱਟ ਲਓ। ਇਹ ਮਨੁੱਖੀ ਜਾਮਾ ਮਿਲਿਆ, ਇਹ ਲੁੱਟ ਹੈ ਰਾਮ ਨਾਮ ਦੀ। ਉਹਨਾਂ ਲਈ ਇਹ ਸੰਸਾਰ ਸਮੁੰਦਰ ਪਰਮੇਸ਼ਰ ਦੀ ਭਗਤੀ ਦਾ ਖੁੱਲ੍ਹਿਆ ਹੋਇਆ ਭੰਡਾਰਾ ਹੈ। ਗੁਰ ਚਰਣੀ ਇੱਕ ਸਰਧਾ ਉਪਜੀ, ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਭਈਆ। ਗੁਰੂ ਪਾਤਸ਼ਾਹ ਦੇ ਚਰਨਾਂ ਤੇ ਮੇਰੇ ਮਨ ਵਿੱਚ ਇੱਕ ਸ਼ਰਧਾ ਉਪਜੀ ਹੈ। ਉਸ ਸ਼ਰਧਾ ਤੇ ਭਾਵਨਾ ਨਾਲ ਮੈਂ ਹਰੀ ਦੇ ਗੁਣ ਕਹਿੰਦਾ ਹਾਂ, ਜਿਸ ਨੂੰ ਕਹਿ ਕੇ ਮੇਰਾ ਮਨ ਤ੍ਰਿਪਤ ਨਹੀਂ ਹੁੰਦਾ। ਦਿਲ ਕਰਦਾ ਕਹੀ ਜਾਵਾਂ, ਕਿਉਂਕਿ ਮੈਂ ਜਿਤਨੇ ਵੀ ਗੁਣ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਕਹਿ ਰਿਹਾ, ਉਹ ਸ਼ਰਧਾ ਨਾਲ ਕਹਿ ਰਿਹਾ। ਤੇ ਇਸ ਕਰਕੇ ਮੇਰਾ ਮਨ ਨਿਰੰਕਾਰ ਦੇ ਗੁਣਾਂ ਨੂੰ ਗਾਇਨ ਕਰਦਿਆਂ ਹੋਇਆਂ ਨਹੀਂ ਰੱਜਦਾ।
ਪਰਮ ਬੈਰਾਗ ਨਿਤ ਨਿਤ ਹਰ ਧਿਆਏ, ਮੈਂ ਹਰ ਗੁਣ ਕਹਤੇ ਭਾਵਨੀ ਕਹੀਆ। ਸ੍ਰੇਸ਼ਟ ਬੈਰਾਗ ਦੇ ਸਹਿਤ ਮੈਂ ਨਿਤ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦਾ ਹਾਂ, ਹਰੀ ਦੇ ਗੁਣ ਕਹਿੰਦਾ ਹਾਂ, ਪਰ ਭਾਵਨਾ ਨਾਲ ਕਹਿੰਦਾ ਹਾਂ। ਹਰ ਗੁਣ ਕਹਤੇ ਭਾਵਨੀ ਕਹੀਆਂ, ਹਰੀ ਦੇ ਗੁਣ ਕਹਿੰਦੇ ਹਾਂ ਪਰ ਅਦਕ ਭਾਵਨਾ ਦੇ ਸਹਿਤ, ਕਿਉਂਕਿ ਭਾਵਨਾ ਬਹੀਨ ਕਹੇ ਹੋਏ ਗੁਣ, ਭਾਵਨਾ ਬਹੀਨ ਕੀਤੀ ਹੋਈ ਉਪਮਾ ਇਸ ਪ੍ਰਕਾਰ ਨਾਲ ਹੈ, ਜੈਸੇ ਕੋਈ ਦਿਸਣ ਵਾਲਾ ਫੁੱਲ ਤਾਂ ਹੈ ਕੇਸੂ ਦਾ, ਪਰ ਉਹਦੇ 'ਚ ਸੁਗੰਧੀ ਨਹੀਂ ਹੈ। ਫੁੱਲ ਤਾਂ ਦਿਸ ਰਿਹਾ ਪਰ ਸੁਗੰਧੀ ਨਹੀਂ ਹੈ, ਤੇ ਜਿਸ ਫੁੱਲ ਦੀ ਸੁਗੰਧੀ ਨਾ ਹੋਵੇ ਉਹ ਫੁੱਲ ਦੁਨੀਆ ਵਿੱਚ ਸਤਿਕਾਰਿਆ ਤਾਂ ਨਹੀਂ ਜਾਂਦਾ। ਇਸ ਕਰਕੇ ਹਰੀ ਦੇ ਗੁਣਾਂ ਦਾ ਗੁਲਦਸਤਾ ਜੋ ਮੈਂ ਉਚਾਰਦਾ ਹਾਂ ਉਹ ਭਾਵਨਾ ਸਹਿਤ ਕਹਿਣਾ, ਔਰ ਉਹ ਜਿਹੜੀ ਭਾਵਨਾ ਹੈ ਹਰੀ ਦੇ ਗੁਣਾ ਗਾਇਨ ਕਰਨ ਦੇ ਗੁਲਦਸਤੇ ਵਿੱਚ ਸੁਗੰਧੀ ਦਾ ਕੰਮ ਕਰਦੀ ਹੈ। ਤੋ ਮੈਂ ਭਾਵਨਾ ਸਹਿਤ ਆਪਣੇ ਹਰੀ ਦੇ ਗੁਣਾਂ ਨੂੰ ਕਹਿੰਦਾ ਹਾਂ। ਹਾਂਜੀ। ਬਾਰ ਬਾਰ ਖਿਨ ਖਿਨ ਪਲ ਕਹੀਐ, ਹਰ ਪਾਰ ਨਾ ਪਾਵੈ ਪਰੈ ਪਰਈਆ। ਬਾਰ ਬਾਰ ਮੈਂ ਆਪਣੇ ਸਾਹਿਬ ਦੇ ਗੁਣਾਂ ਨੂੰ ਗਾਇਨ ਕਰਦਾ, ਬਾਰ ਬਾਰ, ਇੱਕ ਵਾਰ ਨਹੀਂ, ਖਿਨ ਖਿਨ ਪਲ ਪਲ ਕਹਿੰਦਾ ਹਾਂ। ਔਰ ਇਹ ਕਹਿੰਦਾ ਹਾਂ ਕਿ ਹਰੀ ਦੇ ਗੁਣ ਗਾਇਨ ਕਰਦਿਆਂ ਹੋਇਆਂ ਹਰੀ ਪਰੇ ਤੋਂ ਪਰੇ ਪ੍ਰਤੀਤ ਹੁੰਦਾ, ਉਹਦਾ ਪਾਰਾਵਾਰ ਨਹੀਂ ਪੈਂਦਾ, ਉਹ ਪਰੇ ਤੋਂ ਪਰੇ ਪ੍ਰਤੀਤ ਹੁੰਦਾ ਹੈ। ਸਾਸਤ ਵੇਦ ਪੁਰਾਣ ਪੁਕਾਰ, ਧਰਮ ਕਰਹੁ ਖਟ ਕਰਮ ਦ੍ਰਿੜਈਆ। ਸ਼ਾਸਤਰ, ਵੇਦ, ਪੁਰਾਣ ਇਹ ਸਾਰੇ ਪੁਕਾਰਦੇ ਨੇ, ਕਹਿੰਦੇ ਨੇ ਧਰਮ ਕਰੋ, ਧਰਮ ਸਰਬ ਸੁਖ ਖਾਨ, ਧਰਮ ਸਰਬ ਸੁਖ ਖਾਨ, ਜਗਤ ਸਭ ਕੋ ਹਿਤਕਾਰੀ, ਧਰਮ ਧਰੇ ਬੁੱਧਮਾਨ, ਨਿਰੰਤਰ ਚੀਤ ਮਝਾਰੀ। ਧਰਮ ਸਾਰੇ ਸੁੱਖਾਂ ਦੀ ਖਾਨ ਹੈ। ਬੁੱਧੀਮਾਨ ਲੋਕ ਨਿਰੰਤਰ ਇੱਕ ਰਸ ਧਰਮ ਨੂੰ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਉਹ ਕਹਿੰਦੇ ਨਾਗ ਸੋਭੈ ਮਦ ਕਰ, ਹਾਥੀ ਤਾਂ ਸੋਭਦਾ ਜੋ ਮਸਤ ਚਾਲ ਚੱਲੇ, ਸਿੱਖੀ ਸੋਭੈ ਪਰੈ ਹੋਣ, ਪੰਛੀ ਤਾਂ ਸੋਭਦਾ ਜੋ ਉਹਨੂੰ ਖੰਭ ਲੱਗੇ ਹੋਣ, ਖੰਭਾਂ ਬਿਨਾਂ ਕਾਹਦਾ ਪੰਛੀ। ਇਸੇ ਤਰ੍ਹਾਂ ਕੋਈ ਵੀ ਮਨੁੱਖ ਉਹ ਤਾਂ ਸ਼ੋਭਨੀਕ ਹੁੰਦਾ ਜੋ ਧਰਮੀ ਹੋਵੇ। ਧਰਮੀ ਸੁਮਤ ਤੇ ਸ੍ਰੇਸ਼ਟ ਮਤ ਵਾਲਾ ਧਰਮੀ ਧਰਮ ਕਰਕੇ ਸ਼ੋਭਦਾ ਹੈ। ਦਇਆ, ਖਿਮਾ, ਅਹਿੰਸਾ ਇਹ ਜਿਹੜੇ ਸ਼ੁਭ ਗੁਣ ਨੇ, ਇਹਨਾਂ ਕਰਕੇ ਧਰਮ ਉਤਪੰਨ ਹੁੰਦਾ ਹੈ। ਸਥਿਤ ਧਰਮ ਖਿਮਾ ਕੇ ਸੰਗਾ, ਪਹਿਲਾਂ ਪੈਦਾ ਹੋਇਆ ਫਿਰ ਟਿਕਦਾ ਕਿਵੇਂ ਹੈ? ਪੈਦਾ ਹੋਇਆ ਦਇਆ, ਅਹਿੰਸਾ, ਤਪ, ਦਾਨ ਆਦਿਕ ਸ਼ੁਭ ਕਰਮਾਂ ਨਾਲ ਪੈਦਾ ਹੋਇਆ। ਪੈਦਾ ਹੋਣ ਤੋਂ ਬਾਅਦ ਟਿਕਦਾ ਕਿਵੇਂ ਹੈ? ਸਥਿਤ ਧਰਮ ਖਿਮਾ ਕੇ ਸੰਗਾ, ਖਿਮਾ ਕਰ ਦਈਏ ਕਿਸੇ ਨੂੰ ਉਦੋਂ ਇਹ ਟਿਕ ਜਾਂਦਾ। ਫਿਰ ਪੁੱਛਿਆ ਜੀ ਇਹਦਾ ਨਾਸ਼ ਕਿਵੇਂ ਹੁੰਦਾ ਹੈ? ਕਹਿੰਦੇ ਹੋਤ ਕ੍ਰੋਧ ਤੇ ਧਰਮ ਵਿਭੰਗਾ। ਜਦੋਂ ਕੋਈ ਕ੍ਰੋਧ ਵਿੱਚ ਆ ਜਾਂਦਾ ਹੈ ਉਦੋਂ ਧਰਮ ਨਸ਼ਟ ਹੋ ਜਾਂਦਾ। ਕ੍ਰੋਧ ਵਿੱਚ ਆ ਕੇ ਧਰਮ ਦਾ ਪਤਨ ਹੋ ਜਾਂਦਾ। ਤੋ ਜਿਤਨੇ ਸ਼ਾਸਤਰ ਨੇ, ਜਿਤਨੇ ਪੁਰਾਣ ਨੇ,
ਵੇਦ ਨੇ ਸਭ ਕਹਿੰਦੇ ਧਰਮ ਕਰੋ, ਧਰਮ ਨੂੰ ਧਾਰਨ ਕਰੋ। ਹੇ ਧਰਮ ਤੂੰ ਮੈਨੂੰ ਧਾਰਨ ਕਰ, ਏਦਾਂ ਵੀ ਬੇਨਤੀ ਕਰਦੇ ਨੇ ਜਗਿਆਸੂ, ਹੇ ਧਰਮ ਤੂੰ ਮੈਨੂੰ ਧਾਰਨ ਕਰ। ਦੋ ਪ੍ਰਕਾਰ ਦੇ ਧਰਮ ਦੱਸੇ ਜਾਂਦੇ ਨੇ, ਇੱਕ ਸਾਧਾਰਨ ਧਰਮ ਹੈ, ਇੱਕ ਅਸਾਧਾਰਨ ਧਰਮ ਹੈ। ਸਾਧਾਰਨ ਧਰਮ ਸੰਸਾਰ ਦੀ ਸਾਰੀ ਮਾਨਵਤਾ ਲਈ ਇੱਕੋ ਜਿਹਾ, ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ। ਇਹ ਸਾਰੀ ਮਨੁੱਖਤਾ ਦਾ ਇੱਕੋ ਜਿਹਾ ਹੈ। ਸੱਚ ਬੋਲਣਾ ਸਾਰੀ ਮਨੁੱਖਤਾ ਲਈ ਹੈ, ਝੂਠ ਦਾ ਤਿਆਗ ਕਰਨਾ ਇਹ ਵੀ ਧਰਮ ਹੈ, ਸਾਰੀ ਮਨੁੱਖਤਾ ਲਈ ਹੈ। ਅਸਾਧਾਰਨ ਧਰਮ ਉਹ ਹੈ ਜਿਹੜੀਆਂ ਸਾਨੂੰ ਗੁਰੂ ਸਾਹਿਬ ਨੇ 5 ਕੱਕੇ ਦਿੱਤੇ ਨੇ, ਉਹਦੀ ਰਹਿਤ ਰੱਖਣੀ, ਰਹਿਣੀ ਬਹਿਣੀ ਰੱਖਣੀ। ਹੁਣ ਕੇਸ ਕੱਟੇ ਹੋਣ, ਉਹ ਬੰਦੇ ਨੇ ਗਾਤਰੇ 'ਚ ਕਿਰਪਾਨ ਪਾਈ ਹੋਵੇ, ਤੇੜ ਕਛਹਿਰਾ ਪਾਇਆ ਹੋਵੇ, ਆਪਾਂ ਉਸੇ ਵੇਲੇ ਫੜ ਲੈਂਦੇ ਉਹਨੂੰ ਵੀ ਤੂੰ ਬੇਅਦਬੀ ਕਰਦਾ ਕਿਰਪਾਨ ਦੀ। ਸਾਡੇ ਕਕਾਰ ਨੇ, ਕਿਉਂ? ਕਿਉਂਕਿ ਇਹ ਕੇਵਲ ਅੰਮ੍ਰਿਤਧਾਰੀ ਜਿਹੜਾ ਸਿੱਖ ਹੈ ਉਹਦੇ ਵਾਸਤੇ ਨੇ ਕੱਕੇ। ਇਹ ਅਸਾਧਾਰਨ ਧਰਮ ਹੈ ਜਿਹੜਾ ਕੇਵਲ ਗੁਰਸਿੱਖ ਲਈ ਹੈ, ਰਹਿਤ ਬਹਿਤ ਜਿਹੜੀ ਗੁਰੂ ਸਾਹਿਬ ਨੇ ਦੱਸੀ ਹੈ ਕਰਨ ਲਈ। ਤੋ ਜਿਤਨੇ ਵੀ ਸ਼ਾਸਤਰ ਨੇ, ਧਰਮ ਗ੍ਰੰਥ ਨੇ, ਉਹ ਕਹਿੰਦੇ ਆ ਧਰਮ ਧਾਰਨ ਕਰੋ। ਸਾਸ ਵੇਦ ਪੁਰਾਣ ਪੁਕਾਰੈ ਧਰਮ ਕਰੋ, ਧਰਮ ਕਰੋ, ਧਰਮ ਰੱਖੋ। ਖਟ ਕਰਮ ਦ੍ਰਿੜਈਆ, ਉਹ 6 ਕਰਮ ਵੀ ਦ੍ਰਿੜ ਕਰਾਉਂਦੇ ਆ, ਜਿਹੜੇ ਆ ਬ੍ਰਾਹਮਣਾਂ ਦੇ 6 ਕਰਮ ਹੁੰਦੇ। ਸੰਧਿਆ ਕਰਨੀ, ਇਸ਼ਨਾਨ ਕਰਨਾ, ਪੂਜਾ ਅਰਚਨਾ ਕਰਨੀ। ਤੋ ਇਸ ਪ੍ਰਕਾਰ ਉਹ 6 ਕਰਮਾਂ, ਤਿਥੀ ਸੇਵਾ, ਉਹਨਾਂ ਨੂੰ 6 ਪ੍ਰਕਾਰ ਦੇ ਉਹ ਕਰਮ ਦੱਸੇ ਜਾਂਦੇ, ਉਹ ਕਰਦੇ ਨੇ। ਗੁਰਸਿੱਖ ਲਈ ਜਿਹੜੇ ਕਰਮ ਗੁਰੂ ਸਾਹਿਬ ਨੇ ਕਹੇ ਨੇ ਕਰਨ ਨੂੰ, ਉਹ ਗੁਰਸਿੱਖ ਕਰਦਾ, ਜੋ ਗੁਰੂ ਗ੍ਰੰਥ ਸਾਹਿਬ 'ਚ ਸਾਹਿਬ ਨੇ ਸਾਨੂੰ ਕਿਹਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆ, ਇਹ ਗੁਰਸਿੱਖ ਦੇ ਕਰਮ ਨੇ। ਹਾਂਜੀ। ਮਨ ਮੁਖ ਪਾਖੰਡ ਭਰਮ ਬੇਗੂਤੇ, ਲੋਭ ਲਹਿਰ ਨਾਭ ਭਾਰ ਬੁਡਈਆ। ਜਿਹੜੇ ਮਨਮੁਖ ਲੋਕ ਨੇ ਨਾ, ਪਖੰਡੀ, ਉਹ ਭਰਮ 'ਚ ਪਏ ਹੋਏ ਖੁਆਰ ਹੁੰਦੇ ਨੇ। ਲੋਭ ਦੀਆਂ ਲਹਿਰਾਂ ਵਿੱਚ ਉਹਨਾਂ ਦੀ ਜ਼ਿੰਦਗੀ ਦੀ ਕਿਸ਼ਤੀ ਡੁੱਬ ਜਾਂਦੀ ਹੈ। ਲੋਭ ਦੀਆਂ ਲਹਿਰਾਂ ਵਿੱਚ ਉਹਨਾਂ ਦੀ ਜ਼ਿੰਦਗੀ ਗਰਕ ਹੋ ਜਾਂਦੀ ਹੈ। ਨਾਮ ਜਪੋ ਨਾਮੇ ਗਤ ਪਾਵਹੁ, ਸਿਮਰਿਤ ਸ਼ਾਸਤਰ ਨਾਮ ਦ੍ਰਿੜਈਆ। ਨਾਮ ਜਪੋ, ਨਾਮ ਕਰਕੇ ਹੀ ਬੰਦ ਖਲਾਸੀ ਹੋਣੀ ਹੈ। ਸਿਮਰਤੀਆਂ ਸ਼ਾਸਤਰ ਸਾਰੇ ਨਾਮ ਹੀ ਦ੍ਰਿੜ ਕਰਾਉਂਦੇ ਐ। ਸਭ ਨਾਮ ਜਪਣ ਦੀ ਹੀ ਪ੍ਰੇਰਨਾ ਕਰਦੇ ਨੇ। ਸਿਮਰਤੀਆਂ ਸ਼ਾਸਤਰ ਵੇਦ ਪੁਰਾਣ ਸਭ ਇਹੀ ਕਹਿੰਦੇ ਆ, ਪਰਮੇਸ਼ਰ ਦਾ ਨਾਮ ਜਪੋ, ਨਾਮ ਜਪ ਕੇ ਹੀ ਮੁਕਤੀ ਮਿਲਣੀ ਹੈ। ਹਉਮੈ ਜਾਏ ਤਾ ਨਿਰਮਲ ਹੋਵੈ, ਗੁਰਮੁਖ ਪਰਚੈ ਪਰਮ ਪਦ ਪਈਆ। ਜਦੋਂ ਹਉਮੈ ਚਲੀ ਜਾਏਗੀ, ਤੁਹਾਡਾ ਅੰਤःਕਰਣ ਨਿਰਮਲ ਪਵਿੱਤਰ ਸ਼ੁੱਧ ਹੋਵੇਗਾ। ਜਿਹੜੇ ਗੁਰਸਿੱਖ ਗੁਰਮੁਖ ਨੇ, ਉਹ ਆਪਣੇ ਸਤਿਗੁਰਾਂ ਦੇ ਸ਼ਬਦ ਵਿੱਚ ਪਰਚੇ ਰਹਿੰਦੇ ਹਨ। ਸਤਿਗੁਰਾਂ ਦੇ ਸ਼ਬਦ ਵਿੱਚ ਉਹਨਾਂ ਦਾ ਪਰਚਾ ਪ੍ਰੇਮ ਬਣਿਆ ਰਹਿੰਦਾ ਹੈ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵਹਿ ਸੇ ਕਰਮ ਕਮਈਆ। ਇਹ ਵਾਹਿਗੁਰੂ, ਇਹ ਜਗ ਤੇਰਾ ਏ, ਜਿੰਨੇ ਵਰਨ ਨੇ ਸਭ ਤੇਰੇ ਨੇ, ਜਿੰਨੇ ਰੂਪ ਨੇ ਸਭ ਤੇਰੇ ਨੇ। ਜਿੱਧਰ ਜਿੱਧਰ ਤੁਸੀਂ ਜੀਵਾਂ ਨੂੰ ਲਾਉਂਦੇ ਜੇ, ਇਹ ਜੀਵ ਉਸੇ ਪਾਸੇ ਲੱਗ ਕੇ ਉਸੇ ਤਰ੍ਹਾਂ ਦੇ ਕਰਮ ਕਮਾਉਂਦੇ ਹਨ। ਨਾਨਕ ਜੰਤ ਵਜਾਏ ਵਾਜੈ, ਜਿਤ ਪਾਵੈ ਤਿਤ ਰਾਹੇ ਚਲਈਆ। ਇਹ ਜੀਵ ਜੰਤ ਹੈ ਮਹਾਰਾਜ, ਜਿਵੇਂ ਤੁਸੀਂ ਵਜਾਉਂਦੇ ਹੋ ਤਿਵੇਂ ਵੱਜਦੇ ਨੇ। ਭਾਵ ਜੋ ਕਰਮ ਇਹਨਾਂ ਕੋਲੋਂ ਕਰਾਉਂਦੇ ਹੋ, ਉਹੀ ਕਰਮ ਇਹ ਕਰਦੇ ਹਨ।
ਜਿੱਧਰ ਤੁਹਾਨੂੰ ਭਾਉਂਦਾ ਮਨ ਤੁਹਾਡਾ ਉਸੇ ਪਾਸੇ ਜੀਵਾਂ ਨੂੰ ਲਾਉਂਦੇ, ਉਸੇ ਰਾਹ ਤੇ ਚਲਾਉਂਦੇ। ਗੁਰਸਿੱਖ ਇਸੇ ਰਜਾ ਵਿੱਚ ਰਾਜੀ ਰਹਿੰਦੇ ਆਪਣੀ ਜ਼ਿੰਦਗੀ ਨੂੰ ਬਸਰ ਕਰਦੇ ਨੇ, ਬਤੀਤ ਕਰਦੇ ਨੇ। ਲੜੀਵਾਰ ਕਥਾ ਜੋ 679 ਅੰਗ ਤੇ ਪਹੁੰਚੀ ਹੈ, 679 ਤੋਂ ਅੰਗ ਤੋਂ ਇਹ ਕਥਾ ਅੱਗੇ ਆਰੰਭ ਹੋ ਰਹੀ। ਲੜੀਵਾਰ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਅੰਮ੍ਰਿਤ ਬਚਨ ਹਨ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉੱਪਰਲਾ ਸ਼ਬਦ। ਤਨਾਸਰੀ ਮਹੱਲਾ ਪੰਜਵਾ, ਘਰ ਸਤਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਤਨਾਸਰੀ ਰਾਗ ਹੈ, ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਘਰ ਸਤਵੇਂ ਵਿੱਚ ਗਾਉਣ ਦੀ ਹਦਾਇਤ ਹੈ। ਇੱਕ ਅਦੁੱਤੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਇਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਪਾਤਸ਼ਾਹ ਫਰਮਾਨ ਕਰਦੇ ਨੇ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। 3 ਵਾਰ ਕਿਹਾ। 3 ਬੇਰੀ ਕਹਿਣ ਦਾ ਮਤਲਬ ਹੈ, ਹੇ ਮੇਰੇ ਪਿਆਰੇ, ਇੱਕ ਨੂੰ ਸਿਮਰ, ਇੱਕ ਨੂੰ ਸਿਮਰ, ਇੱਕ ਨੂੰ ਸਿਮਰ। ਯਾਨੀ ਕਿ ਮਨ ਕਰਕੇ ਵੀ ਸਿਮਰ, ਬਚਨ ਕਰਕੇ ਵੀ ਸਿਮਰ ਤੇ ਕਰਮ ਕਰਕੇ ਵੀ ਸਿਮਰ। ਏਕ ਸਿਮਰ ਏਕ ਸਿਮਰ ਏਕ ਸਿਮਰ। ਮਨ ਬਚ ਕਰਮ ਕਰਕੇ ਇੱਕ ਨੂੰ ਆਰਾਧ, ਇੱਕ ਨੂੰ ਧਿਆ। ਕਿਉਂਕਿ ਮਨ 'ਚ ਹੋਰ, ਬਚਨ ਵਿੱਚ ਹੋਰ ਤੇ ਕਰਮ ਵਿੱਚ ਹੋਰ ਪ੍ਰਕਿਰਿਆ ਚੱਲਦੀ ਹੈ ਸਾਡੇ। ਇਸ ਕਰਕੇ ਗੁਰਦੇਵ ਸਾਡੇ ਮਨ ਬਚ ਕਰਮ ਤਿੰਨਾਂ ਨੂੰ ਇੱਕ ਸੂਤਰ 'ਚ ਪਰੋਂਦੇ ਹੈ, ਇੱਕੋ ਧਾਗੇ ਵਿੱਚ ਪਰੋਂਦੇ ਹੈ। ਇਸ ਕਰਕੇ ਗੁਰਦੇਵ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ 3 ਵਾਰੀ ਕਹਿ ਦਿੱਤਾ। ਸਿਮਰ 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 ਪ੍ਰਭ ਆਪਣਾ। ਯਾਨੀ ਕਿ ਮਨ ਬਚ ਕਰਮ ਕਰਕੇ ਆਪਣੇ ਉਸ ਮਾਲਕ ਨੂੰ, ਪਰਮੇਸ਼ਰ ਨੂੰ ਆਰਾਧੋ। ਹਾਂਜੀ। ਕਲ ਕਲੇਸ਼ ਲੋਭ ਮੋਹ ਮਹਾ ਭਉ ਜਲ ਤਾਰੇ। ਜਦੋਂ ਮਨ ਬਚ ਕਰਮ ਕਰਕੇ ਇੱਕ ਨੂੰ ਸਿਮਰੋਗੇ, ਹੇ ਮੇਰੇ ਪਿਆਰੇ, ਜਦੋਂ ਇੱਕ ਨੂੰ ਧਿਆਵੋਗੇ ਤਾਂ ਤੁਹਾਡੇ ਜਿਤਨੇ ਕਲਹ ਕਲੇਸ਼ ਨੇ, ਕਲ ਕਲੇਸ਼, ਜਿਤਨੇ ਕਲਹ ਕਲੇਸ਼ ਨੇ, ਇੱਕ ਕਲਹ ਕਲੇਸ਼ ਦੋਵੇਂ ਆ ਗਏ। ਕਲਹ ਜਿਹੜਾ ਹੀ ਬਾਹਰੋਂ ਕੋਈ ਆ ਕੇ ਸਾਨੂੰ ਪਰੇਸ਼ਾਨ ਕਰੇ ਉਹ ਕਲਹ। ਕਲੇਸ਼ ਜਿਹੜੇ ਘਰ ਦੇ ਵਿੱਚ ਹੀ ਉਤਪੰਨ ਹੋਣ, ਇੱਦਾਂ ਇਹ 2 ਪ੍ਰਕਾਰ ਦੇ ਹੋ ਗਏ। ਜਦੋਂ ਨਿਰੰਕਾਰ ਨੂੰ ਸਿਮਰੋਗੇ, ਬਾਹਰੋਂ ਆਉਣ ਵਾਲੇ ਵਿਕਾਰ ਜਿਹੜੇ ਅੱਖਾਂ ਰਾਹੀਂ ਵੇਖ ਕੇ ਉਤਪੰਨ ਹੁੰਦੇ ਨੇ, ਕੰਨਾਂ ਰਾਹੀਂ ਨਿੰਦਾ ਸੁਣ ਕੇ ਉਤਪੰਨ ਹੁੰਦੇ ਨੇ, ਤੇ ਅੰਦਰੋਂ ਪੈਦਾ ਹੋਣ ਵਾਲੀਆਂ ਬਿਰਤੀਆਂ, ਚਿੰਤਾ ਆਦਿਕ, ਇਹ ਕਲੇਸ਼ ਨਿਰੰਕਾਰ ਪਰਮੇਸ਼ਰ ਦਾ ਸਿਮਰਨ ਕਰਕੇ ਬਿਨਸ ਜਾਂਦੇ ਹਨ। ਕਲ ਕਲੇਸ਼ ਤਨ ਮਾਹੇ ਮਿਟਾਵੋ। ਇਹ ਕਲਹ ਕਲੇਸ਼ ਨੂੰ ਆਪਣੇ ਹਿਰਦੇ ਚੋਂ ਮਿਟਾਓਗੇ, ਜਦੋਂ ਸਿਮਰੋਗੇ ਇਹ ਮਿਟ ਜਾਣਗੇ। ਲੋਭ ਮੋਹ ਮਹਾ ਭਉ ਜਲ ਤਾਰੇ। ਲਾਲਚ, ਲੋਭ, ਮੋਹ ਦੀ ਬਿਰਤੀ, ਇਹ ਬੜੇ ਮਹਾ ਭਿਆਨਕ ਵਿਕਾਰ ਨੇ। ਪਾਤਸ਼ਾਹ ਕਹਿੰਦੇ, ਜਦੋਂ ਤੁਸੀਂ ਇੱਕ ਨੂੰ ਸਿਮਰੋਗੇ ਮਨ ਬਚ ਕਰਮ ਕਰਕੇ, ਉਹਦਾ ਸਿਮਰਨ ਤੁਹਾਨੂੰ ਇਹਨਾਂ ਸਾਰਿਆਂ ਵਿਕਾਰਾਂ ਤੋਂ, ਭਵਜਲ ਤੋਂ ਤਾਰ ਦੇਵੇਗਾ। ਇਸ ਭਵ ਸਾਗਰ ਤੋਂ
ਪਾਰ ਉਤਾਰ ਦੇਵੇਗਾ। ਨਿਰੰਕਾਰ ਦੇ ਸਿਮਰਨ ਦੀ ਬਰਕਤ ਇਹ ਹੋਵੇਗੀ ਕਿ ਤੁਸੀਂ ਲੋਭ, ਕਲ, ਕਲੇਸ਼, ਮੋਹ, ਇਹ ਜਿੰਨੇ ਵਿਕਾਰ ਨੇ ਇਹਨਾਂ ਤੋਂ ਤਰ ਜਾਓਗੇ। ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸਰੈਨ ਚਿਤਾਰੇ। ਹਰ ਸਾਹ ਨਾਲ ਸਵਾਸ ਸਵਾਸ, ਦਿਨ ਸਰਾਤ, ਦਿਨ ਰਾਤ ਲਗਾਤਾਰ, ਨਿਮਖ ਨਿਮਖ, ਹਰ ਪਲ ਹਰ ਘੜੀ ਮੈਂ ਆਪਣੇ ਉਸ ਮਾਲਕ ਨੂੰ ਚਿਤਾਰੇ ਯਾਦ ਕਰਦਾ ਹਾਂ। ਹਰ ਸਾਹ ਨਾਲ, ਫਿਰ ਕਹਿੰਦੇ ਹਰ ਨਿਮਖ ਨਾਲ। ਨਿਮੇਖ, ਨਿਮੇਖ ਦਾ ਮਤਲਬ ਹੁੰਦਾ ਅੱਖ ਦਾ ਫੋਰ। ਜਿੰਨਾ ਸਮਾਂ ਅੱਖ ਬੰਦ ਕਰਕੇ ਖੋਲਣ 'ਚ ਲੱਗਦਾ ਹੈ, ਇਤਨਾ ਸਮਾਂ ਨਿਮੇਖ। ਹਰ ਨਿਮਖ ਵਿੱਚ, ਹਰ ਸਾਹ ਨਾਲ, ਹਰ ਦਿਨ ਤੇ ਹਰ ਰਾਤ ਮੈਂ ਆਪਣੇ ਪ੍ਰਭੂ ਨੂੰ, ਮਾਲਕ ਨੂੰ ਚਿਤਾਰੇ ਯਾਦ ਕਰਦਾ, ਦਿਨ ਰਾਤ। ਐਸਾ ਨਹੀਂ ਉਹਦੇ ਲਈ ਪਹਿਲਾਂ ਮੈਂ ਮਹੂਰਤ ਸੁਧਾਵਾਂ, ਫਲਾਣਾ ਦਿਨ ਆਵੇਗਾ ਉਸ ਦਿਨ ਤੋਂ ਕਰਾਂਗੇ ਪ੍ਰਾਰੰਭ, ਸ਼ੁਰੂਆਤ। ਅਮਕੇ ਦਿਨ ਨੂੰ ਹੁਣ ਗੁਰਦੁਆਰੇ ਬਣਾਵਾਂਗੇ ਜਾਣ ਦਾ ਪ੍ਰੋਗਰਾਮ, ਫਲਾਂ ਦਿਨ ਨੂੰ ਅਸੀਂ ਆਹ ਧਰਮ ਕਰਮ ਦੀ ਕਿਰਤ ਕਰਾਂਗੇ। ਯਾਨੀ ਕਿ ਅਸੀਂ ਵੀ ਸਮੇਂ ਦੀ ਵਿਚਾਰ ਕਰਦੇ ਹਾਂ, ਪਰ ਗੁਰਸਿੱਖ ਤਾਂ ਕਹਿੰਦਾ ਮੈਂ ਆਪਣਾ ਕੋਈ ਦਿਨ ਰਾਤ ਸਵਾਸ ਨਿਮਖ ਵਿਅਰਥ ਜਾਣ ਹੀ ਨਹੀਂ ਦੇਣਾ। ਹਰ ਨਿਮਖ, ਹਰ ਪਲ, ਹਰ ਸਾਹ ਨਾਲ ਮੈਂ ਆਪਣੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਚਿਤਾਰੇ ਯਾਦ ਕਰਦਾ ਹਾਂ। ਸਾਧ ਸੰਗ ਜਪ ਨਿਸੰਗ ਮਨ ਨਿਧਾਨ ਧਾਰੇ। ਹੇ ਗੁਰਮੁਖਾ, ਸਾਧ ਸੰਗਤ ਵਿੱਚ ਆ ਕੇ ਨਿਸੰਗ ਹੋ ਕੇ ਜਪ। ਇਹ ਨਿਸੰਗ ਹੋ ਕੇ ਜਪਣ ਦਾ ਕੀ ਮਤਲਬ ਹੈ? ਵੀ ਜਦੋਂ ਸੰਗਤ ਵਿੱਚ ਆ ਗਿਆ ਉਦੋਂ ਸੰਗਤ ਵਿੱਚ ਹੀ ਰਹੇ। ਫਿਰ ਤੈਨੂੰ ਫਿਕਰ ਚਿੰਤਾ ਨਾ ਹੋਵੇ ਵੀ ਪਿੱਛੇ ਆਹ ਕੰਮ ਰਹਿੰਦਾ, ਆਹ ਕਰਨਾ। ਉਹ ਜਦੋਂ ਜਾਣਾ ਉਦੋਂ ਚਿੰਤਾ ਕਰਨੀ ਹੈ, ਕਰੀ ਜਾਈ ਉੱਥੇ ਜਾ ਕੇ। ਪਰ ਜਿੰਨਾ ਚਿਰ ਸੰਗਤ ਵਿੱਚ ਬੈਠਾ ਉਦੋਂ ਨਿਸੰਗ ਹੋ ਕੇ, ਨਿਸ਼ਚਿੰਤ ਹੋ ਕੇ ਬੈਠ। ਇਹ ਸਮਝ ਕੇ ਬੈਠ ਕਿ ਬਸ ਮੇਰੀ ਸਾਰੀ ਜ਼ਿੰਦਗੀ ਦਾ ਮੁੱਖ ਮਨੋਰਥ ਦਾ ਜਿਹੜਾ ਕੀਮਤੀ ਸਮਾਂ ਇਹੀ ਹੈ, ਮੈਂ ਇਸ ਨੂੰ ਜੀਵਾਂ, ਇਹਦਾ ਪੂਰਾ ਰੰਗ ਮਾਣਾ। ਜਿੰਨਾ ਚਿਰ ਸਤ ਸੰਗਤ ਵਿੱਚ ਬੈਠੇ ਆ ਉਤਨਾ ਦੇਰ ਮਨ ਇੱਥੇ ਹੀ ਇਕਾਗਰ ਹੋਣਾ ਚਾਹੀਦਾ। ਉਨੀ ਦੇਰ ਤੱਕ ਸੁਰਤ ਕਿਸੇ ਕੰਮ ਧੰਦੇ ਵਾਲੇ ਪਾਸੇ ਨਾ ਜਾਵੇ। ਜੇ ਤੁਸੀਂ ਬਣਾ ਕੇ ਆਏ ਹੋ ਨਾ ਮਨ ਵੀ ਅੱਧਾ ਘੰਟਾ 1 ਘੰਟਾ ਸੰਗਤ ਵਿੱਚ ਬੈਠਣਾ, ਤਾਂ ਫਿਰ ਉਹ ਮਨ ਬਣਿਆ ਹੀ ਰਹਿਣਾ ਚਾਹੀਦਾ। 1 ਘੰਟਾ ਨਾ ਸੋਚੋਗੇ, 1 ਘੰਟਾ ਕਾਰਾਂ ਵਿਹਾਰਾਂ ਵੱਲ ਨਾ ਚਿਤਵੋਗੇ, ਤੇ ਐਸਾ ਨਹੀਂ ਹੋਵੇਗਾ ਵੀ ਉਹ ਕੰਮਕਾਰ ਜਿਹੜੇ ਸਾਡੇ ਚੱਲ ਰਹੇ ਨੇ ਉਹਦੇ ਬਾਰੇ 1 ਘੰਟਾ ਸੰਗਤ ਵਿੱਚ ਬੈਠ ਕੇ ਨਾ ਚਿਤਵਾ ਸੋਚਾਂਗੇ ਤੇ ਹੋਣੇ ਨਹੀਂ। ਉਹ ਜੋ ਹੋਣੇ ਨੇ ਹੋ ਹੀ ਜਾਣੇ ਨੇ। ਪਰ ਜਿੰਨਾ ਸਮਾਂ ਅਸੀਂ ਬੈਠੇ ਹਾਂ ਉਨਾ ਚਿਰ ਗੁਰੂ ਦੇ ਹੀ ਹੋ ਕੇ ਗੁਰੂ ਦੇ ਚਰਨਾਂ ਵਿੱਚ ਰਹੀਏ। ਉਹਨੂੰ ਕਹਿੰਦੇ ਆ ਸਾਧ ਸੰਗਤ ਵਿੱਚ ਆ ਕੇ ਨਿਸੰਗ ਹੋ ਕੇ ਜਪਣਾ। ਸਾਧ ਸੰਗ ਜਪ ਨਿਸੰਗ, ਨਿਸੰਗ ਹੋ ਕੇ ਜਪ, ਨਿਸ਼ੰਕ ਹੋ ਕੇ ਜਪ। ਨਿਸੰਗ ਦਾ ਮਤਲਬ ਨਿਸ਼ੰਕ, ਸ਼ੰਕਾ ਨਾ ਰੱਖ ਮਨ 'ਚ ਕੀ ਹੋਵੇਗਾ ਕੀ ਬਣੇਗਾ। ਬਸ ਰਸ ਲੈ ਗੁਰੂ ਕੀ ਸੰਗਤ ਦਾ, ਗੁਰੂ ਕੇ ਦਰਸ਼ਨਾਂ ਦਾ। ਮਨ ਨਿਧਾਨ ਧਾਰੇ। ਸੱਜਣਾ, ਤੂੰ ਆਪਣੇ ਮਨ ਵਿੱਚ ਖਜ਼ਾਨਾ ਧਾਰਨ ਕਰੇਗਾ। ਜਦੋਂ ਸੰਗਤ ਵਿੱਚ ਆਏਗਾ, ਨਿਸੰਗ ਹੋ ਕੇ ਪਰਮੇਸ਼ਰ ਨੂੰ ਜਪੇਗਾ, ਤੈਨੂੰ ਤੇਰੇ ਮਨ ਵਿੱਚੋਂ ਵੱਡੇ ਖਜ਼ਾਨੇ ਦੀ ਪ੍ਰਾਪਤੀ ਹੋਵੇਗੀ।
ਨਿਧਾਨ ਕਹਿੰਦੇ ਨੇ ਨਿਧੀਆਂ ਦੇ ਖਜ਼ਾਨੇ ਨੂੰ। ਪ੍ਰਭ ਕੈ ਸਿਮਰਨ, ਪ੍ਰਭੂ ਦੇ ਸਿਮਰਨ ਦੇ ਵਿੱਚੋਂ ਰਿੱਧ ਸਿੱਧ ਨਵ ਨਿਧ, ਇਹ ਰਿੱਧੀਆਂ ਸਿੱਧੀਆਂ 9 ਨਿਧੀਆਂ ਤੈਨੂੰ ਸੁਤੇ ਸਿੱਧੀ ਪ੍ਰਾਪਤ ਹੋਣੀਆਂ ਨੇ। ਇਸ ਕਰਕੇ ਸੱਜਣਾ, ਜਦੋਂ ਤੂੰ ਪਰਮੇਸ਼ਰ ਨੂੰ ਆਰਾਧੇਂਗਾ, ਧਿਆਵੇਂਗਾ, ਚਿੰਤਨ ਵਿੱਚ ਲਿਆਵੇਂਗਾ, ਸੰਗਤ ਵਿੱਚ ਆ ਕੇ ਨਿਸੰਗ ਹੋ ਕੇ ਹਰੀ ਨੂੰ ਜਪੇਂਗਾ, ਤਾਂ ਤੈਨੂੰ ਤੇਰੇ ਮਨ ਵਿੱਚੋਂ ਹੀ ਸਾਰੇ ਖਜ਼ਾਨੇ ਲੱਭਣੇ ਸ਼ੁਰੂ ਹੋ ਜਾਣੇ ਆ। ਆਪਣੇ ਅੰਦਰੋਂ ਹੀ ਸਾਰੇ ਖਜ਼ਾਨੇ ਹਾਸਲ ਹੋਣੇ ਸ਼ੁਰੂ ਹੋ ਜਾਣੇ ਹਨ। ਚਰਨ ਕਮਲ ਨਮਸਕਾਰ, ਗੁਣ ਗੋਬਿੰਦ ਵਿਚਾਰੇ। ਆਪਣੇ ਮਾਲਕ ਦੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰ ਬਾਰ-ਬਾਰ। ਚਰਨ ਕਮਲ ਨਮਸਕਾਰ, ਬਾਰ-ਬਾਰ ਗੁਰੂ ਚਰਨਾਂ ਵਿੱਚ ਨਮਸਕਾਰ ਕਰ, ਬਾਰ-ਬਾਰ ਵੰਦਨਾ ਕਰ, ਬਾਰ-ਬਾਰ ਗੁਰੂ ਚਰਨਾਂ 'ਚ ਨਮਸਕਾਰ ਕਰ। ਇਹ ਵੀ ਇੱਕ ਭਗਤੀ ਹੈ, ਨਮਸਕਾਰਾਤਮਕ ਭਗਤੀ। ਚਰਨ ਕਮਲ ਨਮਸਕਾਰ, ਫਿਰ ਕੀ ਕਰ? ਗੁਣ ਗੋਬਿੰਦ ਵਿਚਾਰੇ। ਗੋਬਿੰਦ ਦੇ, ਵਾਹਿਗੁਰੂ ਦੇ, ਪਰਮੇਸ਼ਰ ਦੇ ਜਿਹੜੇ ਸ਼ੁਭ ਗੁਣ ਨੇ ਉਹਨਾਂ ਦੀ ਵਿਚਾਰ ਕਰ। ਗੁਣ ਕੀ ਹੈ, ਗੁਣ ਕੀ ਨੇ ਤੇ ਔਗਣ ਕੀ ਨੇ, ਇਹਦੇ ਵਿਚਾਰ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਪਿਆਰੇ ਗੁਣ, ਉਹ ਕਹਿੰਦੇ ਵੇਖੋ ਚਰਨਾਂ ਵਿੱਚੋਂ ਗੁਣ ਲਓ ਵੀ ਇਹ ਚਰਨਾਂ ਵਿੱਚ ਕਿੰਨੇ ਗੁਣ ਨੇ। ਕਹਿੰਦੇ ਸਰੀਰ ਦਾ ਸਭ ਤੋਂ ਉੱਪਰਲਾ ਹਿੱਸਾ ਸਿਰ ਹੈ, ਸਰੀਰ ਦੇ ਸਭ ਤੋਂ ਥੱਲੜੇ ਹਿੱਸੇ ਵਿੱਚ ਪੈਰ ਨੇ। ਵੇਖੋ ਪੈਰ ਪੂਜੇ ਜਾਂਦੇ ਨੇ, ਸਿਰ ਨੂੰ ਤਾਂ ਨਹੀਂ ਪੂਜਿਆ ਜਾਂਦਾ। ਫਿਰ ਅੱਖਾਂ, ਕੰਨ, ਹੱਥ, ਸਾਰੇ ਸਰੀਰ ਦਾ ਭਾਰ ਚੁੱਕੀ ਫਿਰਦੇ ਨੇ ਪੈਰ। ਪੈਰ ਹੀ ਚੁੱਕੀ ਫਿਰਦੇ ਆ ਨਾ, ਸਾਰੇ ਸਰੀਰ ਦਾ ਵਜਨ ਪੈਰਾਂ ਉੱਤੇ ਹੀ ਆ ਵਜਨ। ਫਿਰ ਕਹਿੰਦੇ ਪੈਰ ਸਰਵੋਤਮ ਨੇ, ਸ੍ਰੇਸ਼ਟ ਨੇ। ਫਿਰ ਸਵਾਲ ਕਰਦੇ ਭਾਈ ਗੁਰਦਾਸ ਜੀ, ਕਹਿੰਦੇ ਭਲਾ ਵਿਚਾਰੋ ਵੀ ਇਹ ਪੈਰ ਸਰਵੋਤਮ ਤੇ ਸ੍ਰੇਸ਼ਟ ਕਿਉਂ ਨੇ, ਇਹ ਉੱਤਮ ਕਿਉਂ ਨੇ? ਕਿ ਦੁਨੀਆ ਵਿੱਚ ਜਿਹੜੇ ਸਾਖਤ ਦੁਰਜਨ ਬੰਦੇ ਨੇ, ਕੀ ਉਹਨਾਂ ਦੇ ਪੈਰ ਵੀ ਉੱਤਮ ਨੇ? ਜਦੋਂ ਪੈਰਾਂ ਦੀ ਉੱਤਮਤਾਈ ਦੀ ਗੱਲ ਹੋ ਰਹੀ ਹੈ ਤੇ ਫਿਰ ਜਿਹੜੇ ਸਾਖਤ ਦੁਰਜਨ ਸਾਰਿਆਂ ਦੇ ਪੈਰ ਹੀ ਉੱਤਮ ਹੋਏ? ਕਹਿੰਦੇ ਨਹੀਂ, ਇਹ ਪੈਰ ਉੱਤਮ ਨੇ। ਕਿਉਂ ਉੱਤਮ ਨੇ ਔਰ ਕਿਹਨਾਂ ਦੇ ਉੱਤਮ ਨੇ? ਕਹਿੰਦੇ ਇਹ ਪੈਰ ਗੁਰਸਿੱਖਾਂ ਦੇ ਉੱਤਮ ਨੇ, ਜਿਹੜੇ ਪੈਰ ਚੱਲ ਕੇ ਗੁਰਦੁਆਰੇ ਜਾਂਦੇ ਨੇ, ਜਿਹੜੇ ਪੈਰ ਪਰਉਪਕਾਰ ਕਰਨ ਲਈ ਧਾਵਦੇ ਭੱਜ ਕੇ ਜਾਂ ਕਿਸੇ ਨੇ ਆਖਿਆ ਬਈ ਮੇਰਾ ਕਾਰਜ ਹੈ ਫਲਾਣੀ ਥਾਂ, ਤੇ ਉਸੇ ਵੇਲੇ ਉਹਨਾਂ ਪੈਰਾਂ ਨਾਲ ਉੱਠ ਕੇ ਨਾਲ ਚੱਲ ਪਿਆ। ਕਹਿੰਦੇ ਉਹ ਪੈਰ ਪਵਿੱਤਰ ਨੇ, ਉਹ ਪੈਰ ਪਾਵਨ ਨੇ, ਜਿਹੜੇ ਪੈਰ ਗੁਰੂ ਘਰ ਚੱਲ ਕੇ ਆਉਂਦੇ ਆ, ਗੁਰਦੁਆਰੇ ਚੱਲ ਕੇ ਆਉਂਦੇ ਆ, ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦੇ ਆ। ਤੇ ਕਹਿੰਦੇ ਜਿਹੜੇ ਇਹੋ ਜਿਹੇ ਪਵਿੱਤਰ ਪੈਰ ਨੇ ਗੁਰਸਿੱਖਾਂ ਦੇ, ਕਹਿੰਦੇ ਉਹਨਾਂ ਪੈਰਾਂ ਵਿੱਚ ਮੈਂ ਆਪਣੀ ਖੱਲ ਦੇ ਮੌਜੇ ਬਣਾ ਕੇ ਪਵਾਵਾਂ ਤੇ ਆਖਾਂ ਇਹਨਾਂ ਨੂੰ ਖੁਸ਼ੀ ਨਾਲ ਹੰਡਾਓ। ਉਹ ਪੈਰ ਨੇ ਜਿਹੜੇ ਗੁਰਸਿੱਖਾਂ ਦੇ, ਉਹਨਾਂ ਪੈਰਾਂ ਵਿੱਚ ਮੈਂ ਆਪਣੇ ਸਰੀਰ ਦੀ ਖੱਲ ਦੀਆਂ ਜੁਰਾਬਾਂ ਬਣਾ ਕੇ, ਮੌਜੇ ਬਣਾ ਕੇ ਉਹਨਾਂ ਦੇ ਪੈਰਾਂ ਵਿੱਚ ਪਵਾਵਾਂ ਤੇ ਆਖਾਂ ਵੀ ਹੰਡਾਓ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮੇਰੀ ਖੱਲ ਦੇ ਬਣੇ ਮੌਜੇ ਗੁਰਸਿੱਖ ਆਪਣੇ ਪੈਰਾਂ 'ਚ ਹੰਡਾਉਣ। ਹੁਣ ਗੁਣ ਲੈਣ ਵਾਲਿਆਂ ਨੇ ਗੁਣ ਲੈ ਲਿਆ। ਇਹ ਗੁਣ ਵਿਚਾਰ ਨੇ। ਜਲ ਵਿੱਚ ਗੁਣ ਹੈ। ਭਾਈ ਸਾਹਿਬ ਜੀ ਇਸ ਵਾਰ ਦੇ ਵਿੱਚ 9ਵੀਂ ਵਾਰ ਹੈ ਭਾਈ ਗੁਰਦਾਸ ਜੀ ਦੀ, ਜਿਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਜਲ ਦੇ ਗੁਣ ਬਾਰੇ ਦੱਸਦੇ ਵੀ ਜਲ ਵਿੱਚ ਕਿਤਨਾ ਗੁਣ ਹੈ, ਧਰਤੀ ਵਿੱਚ ਕਿਤਨੇ ਗੁਣ ਨੇ, ਆਕਾਸ਼ ਵਿੱਚ ਗੁਣ ਹੈ। ਤੋ ਇਹਨਾਂ ਸਾਰਿਆਂ ਗੁਣਾਂ ਨੂੰ ਵਿਚਾਰੇ ਜਿਹੜਾ ਗੁਰਸਿੱਖ ਹੈ। ਹਾਂਜੀ, ਸਾਧ ਜਨਾ ਕੀ ਰੇਨ, ਨਾਨਕ ਮੰਗਲ ਸੁਖ ਸਧਾਰੇ। ਸਾਧੂ ਜਨਾਂ ਦੇ ਚਰਨਾਂ ਦੀ ਰੇਣ ਬਣ ਕੇ ਰਹਿੰਦਾ ਗੁਰਸਿੱਖ, ਔਰ ਕਹਿੰਦੇ ਉਹਦੇ ਲਈ ਇਹੀ ਮੰਗਲ ਨੇ, ਇਹੀ ਸੁੱਖ ਨੇ।
ਔਰ ਉਹਦੇ ਲਈ ਮੁਕਤ ਹੋਣ ਦਾ ਆਧਾਰ ਇਹੀ ਨੇ। ਰੱਬ ਦੇ ਪਿਆਰਿਆਂ ਦੇ ਚਰਨ ਕਮਲ, ਉਹਨਾਂ ਦੇ ਚਰਨ ਕਮਲਾਂ ਦੀ ਧੂੜ ਗੁਰਸਿੱਖ ਲਈ ਸ਼ੁਭ ਮੰਗਲ ਰੂਪ ਹਨ। ਸਾਹਿਬ ਜੀ ਤਰਸ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ, ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ।